ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦਿ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ। ਨੈਨੋ ਏਕ ਠਾਕੁਰ ਕਾ ਰੰਗ, ਸਾਧ ਸੰਗ ਬਿਨ ਸਹਿ ਸਭ ਸੰਗ। ਚਰਨ ਚਲੋ ਮਾਰਗ ਗੋਬਿੰਦ, ਮਿਟੈ ਪਾਪ ਜਪੀਐ ਹਰ ਬਿੰਦ। ਕਰ ਹਰ ਕਰਮ ਸਰਵਣ ਹਰ ਕਥਾ, ਹਰ ਦਰਗਹਿ ਨਾਨਕ ਉਜਲ ਮੱਥਾ। ਸਤਨਾਮ ਸ੍ਰੀ ਵਾਹਿਗੁਰੂ ਜੀ। ਆਸਾ ਅੰਤਰ ਮੈਲ ਜੇ ਤੀਰਥ ਨਾਵੈ, ਤਿਸ ਵੈਕੁੰਠ ਨਾ ਜਾਣਾ। ਲੋਕ ਪਤੀਣੇ ਕਛੂ ਨਾ ਹੋਵੈ, ਨਾਹੀ ਰਾਮ ਆਨਾ। ਪੂਜੋ ਰਾਮ ਏਕੀ ਦੇਵਾ, ਸਾਚਾ ਨਾਵਣ ਗੁਰ ਕੀ ਸੇਵਾ। ਰਹਾਉ ਜਲ ਕੈ ਮੱਜਨ ਜੇ ਗਤ ਹੋਵੈ, ਨਿਤ ਨਿਤ ਮੇਂਢਕ ਨਹਾਵੈ। ਜੈਸੇ ਮੇਂਢਕ ਤੈਸੇ ਹੋਏ ਨਰ, ਫਿਰ ਫਿਰ ਜੋਨੀ ਆਵੈ। ਮਨੋ ਕਠੋਰ ਮਰੈ ਬਾਨਾਰਸ, ਨਰਕ ਨ ਵਾਂਛਿਆ ਜਾਈ। ਹਰ ਕਾ ਸੰਤ ਮਰੈ ਹਾਡੰਬੈ, ਤਾ ਸਗਲੀ ਸੈਨ ਤਰਾਈ। ਦਿਨਸ ਨਾਰਾਇਣ ਵੇਦਨੀ ਸ਼ਾਸਤਰ, ਤਹਾਂ ਵਸੈ ਨਿਰੰਕਾਰਾ। ਕਹਿ ਕਬੀਰ ਨਰ ਤਿਸੈ ਧਿਆਵੋ, ਬਾਵਰਿਆ ਸੰਸਾਰਾ। ਦਿਨਸ ਨਾਰਾਇਣ ਵੇਦਨੀ ਸ਼ਾਸਤਰ, ਤਹਾਂ ਵਸੈ ਨਿਰੰਕਾਰਾ। ਕਹਿ ਕਬੀਰ ਨਰ ਤਿਸੈ ਧਿਆਵੋ, ਬਾਵਰਿਆ ਸੰਸਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਗੁਰਬਾਣੀ ਦੀ ਪਾਵਨ ਕਥਾ ਨਾਲ ਜੁੜਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰਬਾਣੀ ਦੀ ਕਥਾ ਪਰਮੇਸ਼ਵਰ ਦੀ ਕਥਾ ਹੈ। ਸਭ ਤੇ ਊਤਮ ਹਰਿ ਕੀ ਕਥਾ, ਨਾਮ ਸੁਨਤ ਦਰਦ ਦੁਖ ਲੱਥਾ। ਜਦੋਂ ਕੋਈ ਵਾਹਿਗੁਰੂ ਦੀ ਕਥਾ ਵਿਚਾਰ ਸਿਫਤ ਸਲਾਹ ਕਰਨ ਲੱਗ ਜਾਂਦਾ ਹੈ, ਨਾਮ ਦੀ ਮਹਿਮਾ ਐਸੀ ਹੈ, ਦੁੱਖ ਦਰਦ ਕਲੇਸ਼ ਇਹਨਾਂ ਦੀ ਨਿਵਰਤੀ ਹੋ ਜਾਂਦੀ ਹੈ। ਕਿਉਂਕਿ ਦੁੱਖ ਦਰਦ ਕਲੇਸ਼ ਨੂੰ ਮੰਨਣ ਵਾਲਾ ਹੈ ਸਾਡਾ ਮਨ। ਨਾਮ ਦੀ ਕਲਾ ਜਦੋਂ ਵਰਤਦੀ ਹੈ, ਮਨ ਚੜ੍ਹਦੀ ਕਲਾ ਵਿੱਚ ਹੋ ਜਾਂਦਾ ਹੈ। ਚੜ੍ਹਦੀ ਕਲਾ ਵਿੱਚ ਜਦੋਂ ਮਨ ਹੋਵੇ, ਫਿਰ ਕੋਈ ਵੀ ਦੁਨੀਆ ਦਾ ਦੁੱਖ ਕਲੇਸ਼ ਰੋਗ ਉਹਨੂੰ ਤਕਲੀਫ ਨਹੀਂ ਦੇ ਸਕਦਾ। ਸੋ ਆਓ ਗੁਰਬਾਣੀ ਦੀ ਕਥਾ, ਜਿਸ ਬਾਬਤ ਸਤਿਗੁਰੂ ਜੀ ਫਰਮਾਨ ਕਰਦੇ ਨੇ, ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ। ਹਰ ਹਰ ਕਥਾ ਨਿਰਾਲੀ। ਇਹ ਨਿਰਾਲੀ ਕਥਾ ਹੈ, ਬਸ਼ਰਤੇ ਕਿ ਇਹਦੇ ਵਿੱਚ ਵਾਹਿਗੁਰੂ ਦੀ ਹੀ ਗੱਲ ਕੀਤੀ ਜਾਵੇ ਔਰ ਸਰੋਤੇ ਜਨ ਸੁਰਤੀ ਨੂੰ ਜੋੜ ਕਰਕੇ ਕਥਾ ਨੂੰ ਸੁਣਨਾ ਕਰਨ।
ਸੋ ਲੜੀਵਾਰ ਚੱਲ ਰਹੀ ਪਾਵਨ ਬਾਣੀ ਦੀ ਕਥਾ ਵਿਚਾਰ ਦੇ ਤਹਿਤ ਆਸਾ ਰਾਗ ਦੇ ਵਿੱਚ ਭਗਤਾਂ ਦੀ ਬਾਣੀ ਵਿੱਚੋਂ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਦਾ ਅਖੀਰਲਾ ਸ਼ਬਦ ਇੱਥੇ ਆ ਰਿਹਾ ਹੈ। ਪਾਠ ਆਪ ਜੀ ਨੇ ਸਰਵਣ ਕੀਤਾ। ਇਸ ਸ਼ਬਦ ਦੀ ਕੁਝ ਵਿਚਾਰ ਆਪਾਂ ਕੱਲ੍ਹ ਵੀ ਕੀਤੀ ਸੀ। ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 484 ਤੇ ਸੁਭਾਏਮਾਨ ਹੈ। ਪਾਵਨ ਸ਼ਬਦ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਜੋ ਲੋਕ ਬਾਹਰਲੇ ਕਰਮ ਕਾਂਡ ਨੂੰ ਹੀ ਵੱਡਾ ਮੰਨ ਲੈਂਦੇ ਨੇ, ਉਹਨਾਂ ਬਾਰੇ ਉਪਦੇਸ਼ ਕਰ ਰਹੇ ਹਨ। ਜੋ ਲੋਕ ਬਾਹਰੋਂ ਕਰਮ ਕਾਂਡ ਕਰਕੇ ਉਹਨਾਂ ਦਾ ਅਸਲ ਵਿੱਚ ਧਿਆਨ ਹੁੰਦਾ ਵੀ ਦੁਨੀਆ ਸਾਡੀ ਸ਼ੋਭਾ ਕਰੇ, ਤੀਰਥਾਂ 'ਤੇ ਜਾਣਾ, ਸਾਰੇ ਕਰਮ ਆਪਾਂ ਜੋ ਵੀ ਭਗਤੀ ਕਰਦੇ ਹਾਂ ਇਹ ਬਾਹਰੀ ਤਲ 'ਤੇ ਫਿਰ ਅੰਤਰੀਵ ਭਾਵ ਕਰਕੇ ਹੁੰਦੇ ਨੇ। ਪਰ ਜੇ ਸਾਡੇ ਮਨ ਦੀ ਮਨਸ਼ਾ ਇਹ ਹੈ ਕਿ ਲੋਕ ਮੇਰੀ ਸ਼ੋਭਾ ਕਰਨ, ਭਾਵੇਂ ਉਹ ਕੋਈ ਵੀ ਕਰਮ ਹੈ, ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਭਾਈ ਫਿਰ ਜਿਸ ਵਾਸਤੇ ਤੁਸੀਂ ਉਹ ਕਰਮ ਕਰ ਰਹੇ ਹੋ ਉਹਦਾ ਤੁਹਾਨੂੰ ਲਾਭ ਨਹੀਂ ਮਿਲੇਗਾ। ਤੁਸੀਂ ਲੋਕਾਂ ਨੂੰ ਖੁਸ਼ ਕਰ ਲਵੋ ਪਰ ਰੱਬ ਨਹੀਂ ਮਿਲੇਗਾ। ਤੇ ਕਰਮ ਆਪਾਂ ਕਾਹਦੇ ਵਾਸਤੇ ਕਰ ਰਹੇ ਹਾਂ? ਰੱਬ ਵਾਸਤੇ। ਕਥਾ ਕੀਰਤਨ ਕਰਨਾ, ਸੁਣਨਾ, ਬਾਣੀ ਪੜ੍ਹਨੀ, ਨਾਮ ਜਪਣਾ, ਇੱਕ ਇਹਦੇ ਵਾਸਤੇ ਆ ਵੀ ਸਾਨੂੰ ਰੱਬ ਮਿਲ ਜਾਵੇ, ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇ। ਫਿਰ ਉਹ ਮਹਾਰਾਜ ਕਹਿੰਦੇ ਨਹੀਂ ਹੋਵੇਗੀ ਜੇਕਰ ਤੇਰਾ ਧਿਆਨ ਦੁਨੀਆ ਵੱਲ ਹੈ। ਔਰ ਬਹੁਤਾਤ ਗਿਣਤੀ ਵਿੱਚ ਸਾਡਾ ਧਿਆਨ ਪਾਠ ਕਰਦਿਆਂ, ਬਾਣੀ ਪੜ੍ਹਦਿਆਂ, ਸੇਵਾ ਕਰਦਿਆਂ ਲੋਕਾਂ ਵੱਲ ਹੁੰਦਾ ਹੈ ਵੀ ਲੋਕ ਕੀ ਕਹਿਣਗੇ ਮੇਰੇ ਇਸ ਕਰਮ ਬਾਰੇ, ਲੋਕਾਂ ਦੀ ਕੀ ਰਾਏ ਹੈ। ਤੋ ਅੰਦਰਲੀ ਬਿਰਤੀ ਕਿਧਰ ਜੁੜੀ ਰਹੀ? ਦੁਨੀਆ ਨਾਲ ਜੁੜੀ ਰਹੀ। ਤਾਂ ਇਹ ਬਾਹਰਲਾ ਕਰਮ ਕਾਂਡ ਫਿਰ ਦਿਖਾਵਾ ਹੋ ਗਿਆ। ਇਸ ਕਰਕੇ ਪਾਤਸ਼ਾਹ ਕਹਿੰਦੇ ਭਾਈ ਗੁਰੂ ਦੀ ਮੱਤ ਲੈ ਕੇ ਤੁਸੀਂ ਰੱਬ ਦਾ ਨਾਮ ਜਪੋਗੇ ਨਾ, ਤੇ ਆ ਜਿਹੜੇ ਬਾਹਰਲੇ ਹੋਰ ਬਹੁਤੇ ਕਰਮ ਜਿਹੜੇ ਹਨ ਉਹ ਤੁਹਾਨੂੰ ਕਰਨ ਦੀ ਲੋੜ ਨਹੀਂ ਰਹੇਗੀ, ਕਿਉਂਕਿ ਸਾਰੀ ਸਾਧਨਾ ਮਨ ਦੀ ਹੈ। ਤੇ ਜੇ ਮਨ ਦੀ ਸਾਧਨਾ ਤੁਸੀਂ ਘਰ ਬੈਠੇ ਕਰ ਰਹੇ ਹੋ, ਤੁਹਾਨੂੰ ਤੀਰਥਾਂ 'ਤੇ ਭਟਕਣ ਦੀ ਲੋੜ ਨਹੀਂ ਹੈ, ਹੋਰ ਥਾਵਾਂ 'ਤੇ ਜਾਣ ਦੀ ਲੋੜ ਨਹੀਂ ਹੈ। ਸੋ ਆਓ ਭਗਤ ਕਬੀਰ ਸਾਹਿਬ ਜੀ ਪਾਵਨ ਸ਼ਬਦ ਦੁਆਰਾ ਉਪਦੇਸ਼ ਕਰ ਰਹੇ ਹਨ। ਆਸਾ ਅੰਤਰ ਮੈਲ ਜੇ ਤੀਰਥ ਨਹਾਵੈ, ਤਿਸ ਬੈਕੁੰਠ ਨਾ ਜਾਣਾ। ਆਸਾ ਰਾਗ ਦੇ ਵਿੱਚ ਭਗਤ ਕਬੀਰ ਸਾਹਿਬ ਕਹਿੰਦੇ ਜੇ ਮਨੁੱਖ ਦੇ ਅੰਦਰ ਮੈਲ ਹੈ, ਅੰਦਰ ਮੈਲਾ ਹੈ, ਅੰਦਰ ਦੁਨੀਆ ਨਾਲ ਜੁੜਿਆ ਜਦੋਂ ਤੱਕ ਮੈਲਾ ਰਹੇਗਾ, ਕਿਉਂਕਿ ਦੁਨੀਆ ਦੀ ਵਿਚਾਰਧਾਰਾ ਦੇ ਵਿੱਚ ਕੀ ਹੈ? ਮਹਾਰਾਜ ਕਹਿੰਦੇ ਕੂੜ ਭਰਿਆ ਹੋਇਆ, ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਵੈਸਣਹਾਰ, ਕੂੜ ਸੋਨਾ, ਕੂੜ ਰੂਪਾ, ਕੂੜ ਪਹਿਨਣਹਾਰ, ਸਾਰਾ ਕੁਝ ਕੂੜ ਦੇ ਨਾਲ ਜੁੜਿਆ ਹੋਇਆ ਹੈ। ਤੇ ਐਸੀ ਕਿਸੇ ਵਸਤੂ ਨਾਲ ਆਪਾਂ ਜੁੜਾਂਗੇ ਤੇ ਸਾਡੇ ਅੰਦਰ ਵੀ ਕੂੜ ਆਵੇਗਾ, ਮੈਲ ਆਵੇਗੀ। ਤੇ ਜੇ ਅੰਦਰ ਮੈਲ ਹੈ ਤੇ ਇਸ ਤਰ੍ਹਾਂ ਦਾ ਮਨੁੱਖ ਭਾਵੇਂ ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰੇ, ਅੰਤਰ ਮੈਲ ਜੇ ਤੀਰਥ ਨਹਾਵੈ, ਤਿਸ ਬੈਕੁੰਠ ਨਾ ਜਾਣਾ। ਉਹ ਬੈਕੁੰਠ ਧਾਮ ਨੂੰ ਭਾਵ ਵਾਹਿਗੁਰੂ ਦੇ ਘਰ ਵਿੱਚ ਨਹੀਂ ਜਾ ਸਕਦਾ। ਭਾਵੇਂ ਇਹ ਕਰਮ ਧਾਰਮਿਕ ਹੈ ਪਰ ਇਸ ਕਰਮ ਨੂੰ ਕਰਕੇ ਉਹ ਉੱਥੇ ਨਹੀਂ ਪਹੁੰਚ ਸਕਦਾ, ਕਿਉਂਕਿ ਅੰਦਰ ਮੈਲ ਭਰੀ ਹੋਈ ਹੈ। ਇਹ ਤਾਂ ਕਦੇ ਸਾਲ ਮਹੀਨੇ ਮੱਸਿਆ ਨੂੰ 6 ਮਹੀਨਿਆਂ ਬਾਅਦ ਜਾਂ ਕਦੇ ਕਦਾਈ ਜਾਂਦਾ ਹੈ ਤੀਰਥਾਂ 'ਤੇ। ਭਗਤ ਕਬੀਰ ਸਾਹਿਬ ਜੀ ਇਹ ਵੀ ਕਹਿੰਦੇ ਨੇ ਕਿ ਕਬੀਰ ਗੰਗਾ ਤੀਰ ਜੋ ਘਰ ਕਰੈ, ਪੀਵੈ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੋਏ, ਇਉਂ ਕਹਿ ਰਮੇ ਕਬੀਰ।
ਕਹਿੰਦੇ ਭਾਵੇਂ ਗੰਗਾ ਦੇ ਕਿਨਾਰੇ ਜਾ ਕੇ ਤੂੰ ਘਰ ਪਾ ਲਵੀਂ, ਉੱਥੇ ਹੀ ਰਹੀਂ, ਦਿਨ ਰਾਤ ਇਸ਼ਨਾਨ ਵੀ ਕਰੀ ਤੇ ਗੰਗਾ ਦਾ ਨਿਰਮਲ ਜਲ ਪੀਵੀਂ, ਪਰ ਰੱਬ ਦੀ ਭਗਤੀ ਤੋਂ ਬਿਨਾਂ ਕੋਈ ਮੁਕਤ ਨਹੀਂ ਹੋਵੇਗਾ। ਹਾਂ, ਜਿਹੜਾ ਪਾਣੀ ਦਾ ਇਸ਼ਨਾਨ ਹੈ ਉਹ ਸਾਡੇ ਮਨ ਤਨ ਦੀ ਮੈਲ ਜ਼ਰੂਰ ਲਾਂਦਾ ਹੈ, ਸਰੀਰ ਨੂੰ ਦਿਮਾਗ ਨੂੰ ਤਾਜ਼ਾ ਕਰ ਦਿੰਦਾ ਹੈ। ਬੰਦਾ ਕਿੰਨਾ ਵੀ ਥੱਕਿਆ ਟੁੱਟਿਆ ਹੋਵੇ, ਇਸ਼ਨਾਨ ਕਰੇ ਨਾ ਤੇ ਸਰੀਰ ਤੇ ਦਿਮਾਗ ਸਫੁਰਤ ਹੋ ਜਾਂਦਾ ਹੈ, ਤਾਜ਼ਾ ਹੋ ਜਾਂਦਾ ਹੈ। ਪਰ ਜੇਕਰ ਮਨੁੱਖ ਤੀਰਥਾਂ ਦੇ ਇਸ਼ਨਾਨ ਨੂੰ ਹੀ ਸਭ ਕੁਝ ਸਮਝ ਬੈਠਾ ਹੈ ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਫਿਰ ਇੱਦਾਂ ਕਰਨ ਨਾਲ ਕਦੇ ਰੱਬ ਦੇ ਘਰ ਦੀ ਪ੍ਰਾਪਤੀ ਨਹੀਂ ਹੋਵੇਗੀ, ਕਿਉਂਕਿ ਮਨੁੱਖ ਦੇ ਉੱਥੇ ਸਰੀਰ ਦੀ ਕਿਰਿਆ ਨੂੰ ਨਹੀਂ, ਉੱਥੇ ਮਨ ਦੀ ਕਿਰਿਆ ਨੂੰ ਵੇਖਿਆ ਜਾਂਦਾ ਹੈ। ਤੇ ਮਨੁੱਖ ਇਹਦੇ ਜੀਵਨ ਵਿੱਚ ਜਿਹੜੀ ਝੂਠ ਹੈ ਕਈ ਤਰ੍ਹਾਂ ਦੀ, ਉਹਨੂੰ ਦੂਰ ਕਰਕੇ ਨਿਰਮਲ ਹੋਣਾ ਚਾਹੁੰਦਾ ਹੈ, ਪਵਿੱਤਰ ਹੋਣਾ ਚਾਹੁੰਦਾ ਹੈ, ਪਰ ਇਹਨੇ ਤਰੀਕਾ ਗਲਤ ਲੱਭ ਲਿਆ। ਤੀਰਥਾਂ ਦਾ ਇਸ਼ਨਾਨ ਕਰਕੇ ਸੋਚਦਾ ਮੈਂ ਨਿਰਮਲ ਹੋ ਜਾਵਾਂਗਾ। ਭਗਤ ਕਬੀਰ ਸਾਹਿਬ ਜੀ ਸਾਨੂੰ ਉਪਦੇਸ਼ ਕਰ ਰਹੇ ਨੇ, ਅੰਤਰ ਮੈਲ ਜੇ ਤੀਰਥ ਨਹਾਵੈ। ਅੰਦਰ ਦੀ ਮੈਲ ਕੀ ਹੈ, ਪਹਿਲਾਂ ਆਪਾਂ ਇਹ ਸਮਝ ਲਈਏ। ਅੰਦਰ ਦੀ ਮੈਲ ਹੈ ਮਨ ਦੇ ਅੰਦਰ ਮਾੜੇ ਵਿਚਾਰਾਂ ਦਾ ਚੱਲਣਾ। ਦੁਨੀਆ ਦੀਆਂ ਵਿਚਾਰਾਂ ਹੀ ਚੱਲਦੀਆਂ ਨੇ, ਕਾਮ ਦੀਆਂ, ਕ੍ਰੋਧ ਦੀਆਂ, ਲੋਭ ਦੀਆਂ, ਮੋਹ ਦੀਆਂ, ਹੰਕਾਰ ਦੀਆਂ। ਬਸ ਇਹੀ ਸਾਡੇ ਅੰਦਰ ਹਰ ਸਮੇਂ ਲਹਿਰਾਂ ਚੱਲਦੀਆਂ ਨੇ। ਜੇ ਗੁਰੂ ਦਾ ਸ਼ਬਦ ਨਹੀਂ ਹੈ ਅੰਦਰ, ਤਾਂ ਜੇ ਮਨੁੱਖ ਗੁਰਬਾਣੀ ਨਾਲ ਅੰਦਰੋਂ ਨਹੀਂ ਜੁੜਿਆ ਤੇ ਇਹੀ ਅੰਦਰ ਫੁਰਨੇ ਨੇ, ਕਦੇ ਕਾਮ ਦੇ ਨੇ, ਕਦੇ ਕ੍ਰੋਧ ਦੇ ਨੇ, ਕਦੇ ਲੋਭ ਦੇ, ਕਦੇ ਮੋਹ ਦੇ, ਕਦੇ ਹੰਕਾਰ ਦੇ। ਤੇ ਇਸ ਤਰ੍ਹਾਂ ਦਾ ਜੋ ਮਨੁੱਖ ਅੰਦਰੋਂ ਮੈਲਾ ਹੈ, ਉਹ ਜਿੰਨਾ ਮਰਜ਼ੀ ਤੀਰਥਾਂ 'ਤੇ ਇਸ਼ਨਾਨ ਕਰ ਲਵੇ, ਉਹ ਕਦੇ ਵੀ ਰੱਬ ਦੇ ਘਰ ਵਿੱਚ ਨਹੀਂ ਜਾ ਸਕਦਾ। ਭਾਵ ਉਹਨੂੰ ਰੱਬੀ ਮਿਲਾਪ ਹਾਸਲ ਨਹੀਂ ਹੋ ਸਕਦਾ, ਉਹ ਮੁਕਤ ਨਹੀਂ ਹੋ ਸਕਦਾ। ਲੋਕ ਬਤੀਣੇ ਕਛੂ ਨਾ ਹੋਵੈ, ਨਾ ਹੀ ਰਾਮ ਇਆਨਾ। ਲੋਕਾਂ ਨੂੰ ਪਤਿਆਣ ਦੇ ਨਾਲ ਕੁਝ ਨਹੀਂ ਹੋਵੇਗਾ। ਲੋਕ ਤਾਂ ਤੇਰੇ ਕਿਸੇ ਵੀ ਕਰਮ ਦੀ ਵਾਹ ਵਾਹ ਕਰਨਗੇ। ਜਿਵੇਂ ਦਾਸ ਕਥਾ ਦੀ ਸੇਵਾ ਕਰ ਰਿਹਾ, ਸੁਣਨ ਵਾਲੇ ਕਹਿਣਗੇ ਤੁਸੀਂ ਬਹੁਤ ਵਧੀਆ ਕਥਾ ਕੀਤੀ ਹੈ। ਕੋਈ ਵੀ ਆਪਾਂ ਕਰਮ ਕਰਦੇ ਹਾਂ, ਉਹਦਾ ਜਸ ਦੁਨੀਆ ਕਰੇ, ਪਰ ਜੇ ਉਹ ਸਾਡੇ ਜੀਵਨ ਵਿੱਚ ਨਹੀਂ ਆਈ ਤੇ ਮਹਾਰਾਜ ਕਹਿੰਦੇ ਦੁਨੀਆ ਦੀ ਸ਼ੋਭਾ ਦਾ ਫਿਰ ਕੋਈ ਲਾਭ ਨਹੀਂ ਹੈ। ਦੁਨੀਆ ਦੀ ਸ਼ੋਭਾ ਮਾੜੀ ਨਹੀਂ ਹੈ, ਪਰ ਜੋ ਆਪਾਂ ਬੋਲ ਰਹੇ ਹਾਂ ਉਹ ਸਾਡੇ ਜੀਵਨ ਵਿੱਚ ਵੀ ਹੋਣਾ ਚਾਹੀਦਾ ਹੈ। ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ, 68 ਤੀਰਥ ਜੇ ਨਹਾਵੈ ਉਤਰੈ ਨਾਹੀ ਮੈਲ। ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿੰਨਿਓ ਲੱਗਾ ਰੱਬ ਸੇਤੀ ਦੇਖਣੇ ਵਿਚਾਰ। ਤੋ ਭਗਤ ਕਬੀਰ ਸਾਹਿਬ ਜੀ ਕਹਿੰਦੇ ਲੋਕ ਪਤੀਨੇ ਕਛੂ ਨਾ ਹੋਵੈ। ਤੀਰਥਾਂ 'ਤੇ ਜਾਂਦਾ ਹੈ, ਕਹਿੰਦੇ ਬੜਾ ਚੰਗਾ ਬੰਦਾ, ਹਰ ਸਾਲ ਲੰਗਰ ਲਾਉਂਦਾ ਹੈ, ਆਪਣੇ ਵੱਲੋਂ ਲਾਉਂਦਾ ਹੈ, ਕਿਸੇ ਤੋਂ ਪੈਸਾ ਨਹੀਂ ਮੰਗਦਾ, ਬਹੁਤ ਚੰਗਾ ਕਰਮ ਹੈ। ਲੋਕ ਖੁਸ਼ ਹੋ ਗਏ, ਪਰ ਅੰਦਰ ਬਿਰਤੀ ਕੁਝ ਹੋਰ ਸੀ, ਇਸ ਕਰਕੇ ਇਸ ਕਰਮ ਦਾ ਲਾਭ ਨਹੀਂ ਹੋਇਆ। ਕਿਉਂਕਿ ਵਾਹਿਗੁਰੂ ਕੋਈ ਨਿਆਣਾ ਨਹੀਂ ਹੈ, ਉਹ ਸਭ ਕੁਝ ਸਮਝਦਾ ਹੈ। ਉਹ ਮਨੁੱਖ ਦੇ ਅੰਦਰ ਦੀ ਅਵਸਥਾ ਨੂੰ ਦੇਖਦਾ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਤੇ ਮਨੁੱਖ ਅਸਲ ਵਿੱਚ ਜਿਹੜਾ ਕੋਈ ਵੀ ਧਾਰਮਿਕ ਕਰਮ ਕਰਦਾ ਹੈ, ਉਹ ਇੱਕ ਵਿਵਸਾਏ ਹੈ, ਵਪਾਰ ਹੈ। ਬਹੁਤਾਤ ਗਿਣਤੀ ਦੇ ਵਿੱਚ ਜਿਹੜਾ ਧਰਮ ਹੈ ਉਹ ਧੰਦਾ ਬਣਿਆ। ਅੱਜ ਹੀ ਨਹੀਂ,
ਭਗਤ ਕਬੀਰ ਸਾਹਿਬ ਦਾ ਤੁਸੀਂ ਪਿੱਛੇ ਸ਼ਬਦ ਸੁਣਿਆ ਹੈ, ਗੱਜ ਸਾਢੇ ਤੈ ਤੈ ਧੋਤੀਆਂ, ਤੇਰੇ ਪਾਇਨ ਤੱਗ ਗੱਲੀ, ਜਿਨ੍ਹਾਂ ਜਪ ਮਾਲੀਆਂ, ਲੋਟੇ ਹੱਥ ਨਿਵੱਗ। ਹੋਏ ਹਰ ਕੇ ਸੰਤ ਨਾ ਆਖੀਐ, ਬਨਾਰਸ ਕੇ ਠੱਗ। ਹਿਸਾਬ ਲਾ ਲਓ ਵੀ ਤਕਰੀਬਨ ਅੱਜ ਤੋਂ 600 ਸਾਲ ਪਹਿਲਾਂ ਦਾ ਸਮਾਂ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਵੀ ਪਹਿਲਾਂ ਭਗਤ ਕਬੀਰ ਸਾਹਿਬ ਜੀ ਹੋਏ ਨੇ। ਮਹਾਰਾਜ ਜੀ ਦੇ ਥੋੜ੍ਹਾ ਜਿਹਾ ਸਮਕਾਲੀ ਜੀਵਨ ਦੇ ਵਿੱਚ ਆਉਂਦੇ ਨੇ ਭਗਤ ਕਬੀਰ ਸਾਹਿਬ ਜੀ। ਉਹਨਾਂ ਦੀ ਬਹੁਤ ਵੱਡੀ ਆਰਜਾ ਸੀ, 100 ਸਾਲ ਤੋਂ ਵੀ ਉੱਪਰ ਸੀ। ਤਾਂ ਉਸ ਸਮੇਂ ਵੀ ਵੇਲੋ ਕਿੰਨਾ ਪਖੰਡ ਸੀ। ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਥਾਂ ਪਰ ਥਾਂ ਗਏ ਨੇ, ਉੱਥੇ ਵੀ ਦੇਖੋ ਕਿੰਨਾ ਪਖੰਡ। ਸੱਜਣ ਠੱਗ ਉਹਨੇ ਸਰਾਂ ਬਣਾਈ ਹੋਈ, ਉਹਦੇ ਵਿੱਚ ਹਿੰਦੂਆਂ ਵਾਸਤੇ ਵੀ ਮੰਦਰ ਬਣਾਇਆ, ਮੁਸਲਮਾਨਾਂ ਵਾਸਤੇ ਮਸਜਿਦ ਬਣਾਈ, ਪਰ ਉਹ ਕੰਮ ਕੁਝ ਹੋਰ ਕਰਦਾ ਸੀ ਧਰਮ ਦੇ ਨਾਂ 'ਤੇ। ਮਹਾਰਾਜ ਸੱਚੇ ਪਾਤਸ਼ਾਹ ਉਹਦੇ ਕੋਲ ਗਏ ਅਤੇ ਉਹਦੇ ਅੰਦਰ ਦੇ ਕਰਮ ਨੂੰ ਬਾਹਰ ਪ੍ਰਗਟ ਕੀਤਾ ਵੀ ਇਹ ਗੱਲ ਚੰਗੀ ਨਹੀਂ ਹੈ। ਲੋਕ ਤੇਰੇ ਕੋਲ ਸ਼ਰਧਾ ਕਰਕੇ, ਵਿਸ਼ਵਾਸ ਕਰਕੇ ਆਉਂਦੇ ਨੇ ਵੀ ਉੱਥੇ ਸਾਡੀ ਸੇਫਟੀ ਹੈ, ਸਾਨੂੰ ਕੋਈ ਖਤਰਾ ਨਹੀਂ, ਸਾਨੂੰ ਰੋਟੀ ਪਾਣੀ ਮਿਲੇਗਾ, ਪਰ ਰਾਤ ਨੂੰ ਤੂੰ ਲੁੱਟ ਕੇ ਉਹਨਾਂ ਨੂੰ ਮਾਰ ਦੇਣਾ ਹੈ, ਉਹਨਾਂ ਦੀਆਂ ਲਾਸ਼ਾਂ ਵੀ ਖੁਰਦ-ਬੁਰਦ ਕਰ ਦਿੰਦਾ ਹੈ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਉਹਨੂੰ ਸੰਤ ਬਣਾਇਆ, ਨਾਮ ਦਾ, ਬਾਣੀ ਦਾ ਉਪਦੇਸ਼ ਦੇ ਕਰਕੇ। ਇਸ ਤਰ੍ਹਾਂ ਉਸ ਸਮੇਂ ਦੇ ਅੰਦਰ ਵੀ ਕਿੰਨਾ ਪਖੰਡ ਸੀ, ਅਤੇ ਅੱਜ ਤਾਂ ਬੜਾ ਮਨੁੱਖ ਚਲਾਕ ਹੋ ਗਿਆ ਹੈ। ਤੋ ਭਗਤ ਕਬੀਰ ਸਾਹਿਬ ਜੀ ਕਹਿੰਦੇ ਰੱਬ ਕੋਈ ਨਿਆਣਾ ਨਹੀਂ ਹੈ, ਉਹ ਸਭ ਕੁਝ ਜਾਣਦਾ। ਇੱਕ ਸੰਤ ਤੁਲਸੀਦਾਸ ਹੋਏ ਨੇ, ਉਹ ਇੱਕ ਵਾਰੀ ਨਾ ਤੀਰਥ ਦਾ ਇਸ਼ਨਾਨ ਕਰਨਗੇ, ਘਰਦਿਆਂ ਨੂੰ ਕਹਿ ਗਏ ਵੀ ਮੈਨੂੰ ਸਮਾਂ ਲੱਗ ਜਾਣਾ ਹੈ, ਮੈਂ ਚੱਲਿਆ ਇਸ਼ਨਾਨ ਕਰਨ ਵਾਸਤੇ। ਗਏ ਜਦੋਂ ਅੱਗੇ, ਉੱਥੇ ਅੱਗੇ ਕੀ ਹੋ ਰਿਹਾ ਸੀ, ਉੱਥੇ ਜਿਹੜੇ ਹੈ ਸਾਲਗ੍ਰਾਮ ਦੇ ਪੱਥਰ ਨੇ ਨਾ, ਇਹਨਾਂ ਨੂੰ ਠਾਕਰ ਕਹਿੰਦੇ ਨੇ, ਇਹ ਬੜੇ ਸਸਤੇ ਮਿਲ ਰਹੇ ਸੀ। ਸਾਲਗ੍ਰਾਮ ਦੀ ਇੱਕ ਦਿਨ ਕਥਾ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੀ, ਸਾਲਗ੍ਰਾਮ ਦੀ ਕਥਾ ਪੂਜਾ ਕਿੱਥੋਂ ਚੱਲੀ ਹੈ। ਜਿਹੜਾ ਜਲੰਧਰ ਨਾਮ ਦਾ ਦੈਂਤ ਹੋਇਆ ਨਾ, ਜਲੰਧਰ ਸ਼ਹਿਰ ਉਹਦਾ ਵਸਾਇਆ ਹੋਇਆ ਹੈ। ਇਹ ਜਲੰਧਰ ਸ਼ਹਿਰ ਜਿਹੜਾ ਅੱਜ ਵੀ ਹੈ, ਇਹ ਜਲੰਧਰ ਨਾਮ ਦਾ ਇੱਕ ਰਾਜਾ ਸੀ, ਦੈਂਤ ਉਹਨੂੰ ਕਹਿੰਦੇ ਸੀ, ਦੈਂਤਾਂ ਵਾਲੇ ਕੰਮ ਸੀ। ਉਹਦੀ ਜਿਹੜੀ ਰਾਣੀ ਹੈ ਉਹ ਬੜੀ ਸਤਵੰਤੀ ਸੀ। ਉਹਨੇ ਕਹਿੰਦੇ ਤਿੰਨੇ ਲੋਕਾਂ ਨੂੰ ਜਿੱਤ ਲਿਆ। ਵਿਸ਼ਨੂੰ ਨੇ ਛਲ ਕਰਕੇ, ਉਹਦੀ ਜਿੱਤ ਇਸ ਕਰਕੇ ਹੁੰਦੀ ਸੀ ਕਿਉਂਕਿ ਜਿਹੜੀ ਉਹਦੀ ਰਾਣੀ ਸੀ ਨਾ, ਉਹ ਬੜੀ ਸਤਵੰਤੀ ਸੀ, ਉਹ ਭਗਤੀ ਵਿੱਚ ਓਤ-ਪੋਤ ਸੀ। ਛਲ ਕਰਕੇ ਵਿਸ਼ਨੂੰ ਨੇ ਉਹਦਾ ਸਤ ਭੰਗ ਕੀਤਾ। ਜਦੋਂ ਉਹਨੂੰ ਪਤਾ ਲੱਗਾ, ਉਹਨੇ ਫਿਰ ਸ਼ਰਾਪ ਦਿੱਤਾ, ਜਾ ਤੂੰ ਸਾਲਗ੍ਰਾਮ ਪੱਥਰ ਬਣ ਗਿਆ। ਇਹ ਉਦੋਂ ਦੀ ਫਿਰ ਉਹ ਪੂਜਾ ਹੋਣ ਲੱਗ ਪਈ। ਇਹ ਇੱਕ ਸਵਾਮੀ ਰਾਮ ਤੀਰਥ ਦੰਡੀ ਹੋਏ ਨੇ, ਉਹਨਾਂ ਨੇ ਇਸ ਤਰ੍ਹਾਂ ਦਾ ਇੱਕ ਗ੍ਰੰਥ ਕਿਤਾਬ ਲਿਖੀ ਹੈ, ਸਰਵੋਤਮ ਗ੍ਰੰਥ ਔਰ ਸਰਵੋਤਮ ਪੰਥ, ਭਾਵ ਗੁਰੂ ਗ੍ਰੰਥ ਸਾਹਿਬ ਅਤੇ ਖਾਲਸਾ ਪੰਥ 'ਤੇ। ਔਰ ਉਹ ਇੱਕ ਸੰਨਿਆਸੀਆਂ ਦਾ ਦੰਡੀ ਪੰਥ ਹੈ, ਸੰਨਿਆਸੀਆਂ ਦੇ ਵਿੱਚੋਂ। ਅਤੇ ਇਹ ਕੋਈ ਸਵਾਮੀ ਆਮ ਮਾਮੂਲੀ ਬੰਦਾ ਨਹੀਂ ਹੈ। ਵੇਦਾਂ ਨੂੰ ਬੜਾ ਇਹਨੇ ਪੜ੍ਹਿਆ ਹੋਇਆ, ਸ਼ਾਸਤਰਾਂ ਨੂੰ, ਪੁਰਾਣਾਂ ਨੂੰ ਪੜ੍ਹ ਕੇ ਉਹਨੇ ਪ੍ਰਮਾਣ ਦਿੱਤੇ ਨੇ। ਕਹਿੰਦੇ ਦੱਸੋ ਇਸ ਤਰ੍ਹਾਂ ਦੇ ਅਵਤਾਰਾਂ ਦੀ ਅਸੀਂ ਪੂਜਾ ਕਰਕੇ ਲੈਣਾ ਕਿ ਜਿਹੜੇ ਵੇਦਾਂ ਦੇ ਕੰਮ ਕਰਦੇ ਨੇ। ਵਿੱਚ ਇੰਦਰ ਦੇਵਤੇ ਦਾ ਦਿੱਤਾ, ਹੋਰ ਵੀ ਬਹੁਤ ਸਾਰੇ ਉਹਨਾਂ ਨੇ ਪ੍ਰਮਾਣ ਦਿੱਤੇ ਨੇ। ਉਹ ਹਰ ਇੱਕ ਸਿੱਖ ਨੂੰ ਪੜ੍ਹਨੀ ਚਾਹੀਦੀ। ਫਿਰ ਜਦੋਂ ਉਹਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀ, ਅਧਿਐਨ ਕੀਤਾ, ਉਮਰ ਉਹਦੀ ਕਾਫੀ ਹੋ ਚੁੱਕੀ ਸੀ। ਆਪਣੇ ਨੇੜੇ ਜਿਹੜਾ ਟੋੜਾ ਨਗਰ ਹੈ, ਟੋੜਾ ਪਿੰਡ, ਇੱਥੋਂ ਦੇ ਸੀ ਉਹ। ਅਤੇ ਉਹਨਾਂ ਨੇ ਫਿਰ ਇੱਕ ਗੱਲ ਆਖੀ ਕਿ ਜੇ ਮੇਰੀ ਇੱਕ ਅਰਦਾਸ ਹੈ ਕਿ ਮੈਂ ਚਾਹੁੰਦਾ ਹਾਂ ਕਿ ਪਰਮਾਤਮਾ ਮੈਨੂੰ ਇੱਕ ਜਨਮ ਹੋਰ ਦੇਵੇ ਅਤੇ ਉਹ ਸਿੱਖਾਂ ਦੇ ਘਰ ਦੇ ਵਿੱਚ ਹੋਵੇ।
कि मैं गुरबाणी गुरु ग्रंथ साहिब जी की बाणी तो वो लाभ लै सकां जिहड़ा लैना चाहिदा है। क्योंकि जदों ने गुरबाणी पढ़ी अध्ययन किया उम्र का अखीरला पड़ा सी, उन्हें फिर प्रमाण दिते वेदां विचों शास्त्रां विचों इस तरह के देवी देवतियां की, कहते इन्हां दी पूजा करन दा साडा की थुड़िया होया है दसो भी इदां दे काम ते करदे ने, साडा की थुड़िया इवें जिहां दा जीवन पढ़ के जां इन्हां दी कथा पूजा करके। सो संत तुलसीदास वो गए जदों सालग्राम जिहड़ा है सस्ता मिल रहा सी, तो कहते भी इत्थों लै लीए, सस्ते मिल रहे हैं, उत्थे जाके वेच देवांगे अपने ठिकाने ते बनारस में जाके। वो लै ले उतों 5-7 ठाकुर वापस आए। पिछे आप कहते परमात्मा रूप ढा के आया तो पुछया घरदियां नूं कित्थे गए ने, कहते जी वो तीर्थां दा कहते इशनान करनी गए तो वपार करन गए ने। क्योंकि परमात्मा सब दे हिरदे की गल नूं जाणदा है। घर आके पुछया कोई आया सी पिछों, मैं गया सी कोई आया होना, कोई साधु महात्मा किसी थां किसी संप्रदाय का, क्योंकि इदां दे महात्मा आउंदे जांदे रहिंदे सन। वो कहंदे एक महात्मा आए सी, असीं दस्सिया तो कहंदे भी वो इशनान करनी गए तो वपार करन गए ने। समझ पै गई, वापस करन चले गए। हुण कहंदे घरदिआं नूं नहीं दसी गल भी की गल है, कहंदे मैं दुबारे एक बारी फिर इशनान कर आवां। फिर आए, फिर मुड़ के आके पुछया, कहंदे हाँ फिर वो महात्मा आए सी, वो कहंदे हुण सौदा पहलां खरीदण गए सी हुण वेचण गए ने। तीसरी बार फिर कहंदे हुण वाकिया ही इशनान करन ही जाना है, यात्रा करन ही जाना है। यही हाल साडा है, आपां भी जांदे आ अमृतसर, कहंदे बड़ियां बड़ी वधिया मिलदियां ने उत्थों ये चीज़ बड़ी वधिया मिलती है, तो झोले भर भर के लिआउंदिआं। गए तां गुरु रामदास जी नूं मिलण सी, गए तो हेमकुंड साहब बाजां वाल नूं मिलण सी, हजूर साहब गए सी, पर उत्थे कहंदे लंगर की बड़ी वधिया अवस्था, उत्थे तां एसी हाल कमरे मिलते हैं, अपने आराम नाल बंदा सोवे जाके आराम करे। वो आराम करना सी भाई तू अपने घर ही करदा, तू तो उत्थे सेवा करन गया सी, बाजां वाले नूं मिलण गया सी प्रेम लैके, पर उत्थे तो सौदा ही करदा फिरदा, होर भी आराम करन आए आ। लंगर बड़ा वधिया बनदा उत्थे, सिस्टम बड़ा वधिया है। साडा ध्यान किहड़ी चीज़ ते है? ध्यान गुरु के शब्द वाल नहीं है। बस यही चीज़ां आपां नोट करते हैं, जां सिस्टम वधिया सी जां माड़ा, दो ही चीज़ां होणगीआं, जां ते चंगा होएगा ते जां सिस्टम माड़ा होएगा। बस यही चीज़ां आपां वेखदे हां। यही मैल है अंतर मैल, जे तीर्थ नहावै तिस बैकुंठ ना जाना, लोकपति ने कछु ना होवे ना ही राम आना। रब तां वेखदा है, आपां गुरु नूं मिलन गए, गुरु कहंदे ते सरां वाली वेखी जांदे ते एसी कमरे विच आराम नाल आ के लेट गया है। ये तो यही वेखदा है भी इत्थे सहूलत बड़ी वधिया है, लंगर बड़ा वधिया है। तो महाराज कहते मैनू मिल नहीं आया, ये तो चीज़ां वेखण आया, सैर सपाटा करने वास्ते आया है। तो जांदियां भी गल्लां करदे गए, आउंदियां भी गल्लां करदे आए दुनिया दियां, ते की साडी यात्रा रहेगी। तो भगत कबीर साहब जी कहते पूजो राम एक ही देवा, देवा पूजन जोग हस्ती केवल इको है, वो है राम। राम जो घट घट विच रमिया होया है, ये राम शब्द त्रेते युग तो ही शुरू नहीं होया, ये तो अनादि शब्द है, सतयुग दे विच भी सी। परमात्मा दा नाम राम जो सारे पासे रमिया होया, बस ओदी पूजा करो, भाव दा नाम जपना करो। तो भगत कबीर साहब कहते साचा नहावन गुर की सेवा, तीर्थां दा इशनान करन दी इच्छा है, गुरु की सेवा करिया करो, बस किते जाण दी लोड़ नहीं है। धन गुरु ग्रंथ साहिब महाराज जी की सेवा करो। गुरु की सेवा की है? हुण जिथे गुरु की सेवा झाड़ू लाना, रमाले बदलने, सारी सेवा, उत्थे गुरु की सब तो वड्डी सेवा है, वो है गुरु का हुक्म मनना। ते गुरु का पहला हुक्म है सानू गुर सतगुर का जो सिख खाए सो भलके उठ हर नाम ते आवे।
ਉਹ ਤੇ ਆਪਾਂ ਕਰਦੇ ਨਹੀਂ ਆ, ਫਿਰ ਕਿਵੇਂ ਗੱਲ ਬਣੇਗੀ। ਇਸ ਕਰਕੇ ਸਾਡੀ ਕੋਈ ਅਵਸਥਾ ਨਹੀਂ ਬਣਦੀ। ਇੰਨੀ ਉਮਰ ਲੰਘ ਜਾਂਦੀ ਹੈ ਕਰਮ ਕਾਂਡ ਕਰਦਿਆਂ, ਕੋਈ ਗੱਲ ਬਣੀ ਨਹੀਂ, ਕਿਉਂਕਿ ਸਾਡਾ ਧਿਆਨ ਬਾਹਰ ਵੱਲ ਹੀ ਰਿਹਾ। ਗੁਰੂ ਦੇ ਹੁਕਮ ਨੂੰ ਆਪਾਂ ਅਜੇ ਤੱਕ ਸਮਝਿਆ ਹੀ ਨਹੀਂ ਹੈ ਵੀ ਗੁਰੂ ਦਾ ਹੁਕਮ ਕੀ ਹੈ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਇਆ। ਇਹ ਬੜਾ ਗਹਿਰਾ ਸ਼ਬਦ ਹੈ, ਇਹਦੇ ਵਿੱਚ ਬੜੀ ਲੰਮੀ ਵਿਆਖਿਆ ਛੁਪੀ ਹੋਈ ਹੈ। ਤਨ ਕਰਕੇ ਗੁਰੂ ਦਾ ਹੋ ਜਾ, ਪਹਿਲਾਂ ਤੇ ਇਹ ਹੀ ਆਪਾਂ ਮੁਕੰਮਲ ਨਹੀਂ ਹਾਂ। ਤਨ ਕਰਕੇ ਕੇਸ ਰੱਖਣੇ, ਅੰਮ੍ਰਿਤ ਛਕਣਾ, ਇਹਨਾਂ ਅੱਖਾਂ ਨਾਲ ਮਾੜਾ ਵੇਖਣਾ ਨਹੀਂ, ਰਸਨਾ ਨਾਲ ਮਾੜਾ ਬੋਲਣਾ ਨਹੀਂ, ਕੰਨਾਂ ਨਾਲ ਮਾੜਾ ਸੁਣਨਾ ਨਹੀਂ, ਪੈਰਾਂ ਨਾਲ ਮਾੜੇ ਪਾਸੇ ਜਾਣਾ ਨਹੀਂ, ਹੱਥਾਂ ਨਾਲ ਮਾੜਾ ਕਰਨਾ ਨਹੀਂ। ਪਹਿਲਾਂ ਤੇ ਆਪਾਂ ਇਹ ਹੀ ਮੁਕੰਮਲ ਨਹੀਂ ਹਾਂ। ਤਨ ਕਰਕੇ ਹੀ ਮੁਕੰਮਲ ਨਹੀਂ, ਇਹਦੀ ਹੋਰ ਵੀ ਲੰਮੀ ਵਿਆਖਿਆ ਹੈ। ਫਿਰ ਮਨ ਕਰਕੇ ਗੁਰੂ ਦਾ ਹੋ ਜਾਣਾ, ਮਨ ਵਿੱਚ ਕਿਸੇ ਹੋਰ ਵਾਲੇ ਖਿਆਲ ਹੀ ਨਾ ਪੈਦਾ ਹੋਣਾ, ਨਾ ਕੋਈ ਦੁਨੀਆ ਦਾ ਖਿਆਲ ਪੈਦਾ ਹੋਣਾ। ਮਨ ਕੇਵਲ ਗੁਰੂ ਗੁਰੂ ਜਪਣ ਲੱਗ ਜਾਵੇ। ਬੜੀ ਔਖੀ ਗੱਲ ਹੈ। ਆਪਣਾ ਮਨ ਤਾਂ ਇਹ ਕਬੂ ਜੀ ਜਿਹੜਾ ਉਬ ਚੜ੍ਹਤਾ ਹੈ ਕਬੂ ਜਾਏ ਪਿਆਲੇ, ਲੋਭੀ ਜੀ ਜਿਹੜਾ ਥਿਰ ਨਾ ਰਹਿਤਾ ਹੈ ਚਾਰੇ ਕੁੰਡਾਂ ਭਾਲੇ ਦੇ ਚਾਰੇ ਕੁੰਡਾਂ ਵਿੱਚ ਜਾਂਦਾ, ਭੱਜਿਆ ਫਿਰਦਾ ਹੈ। ਬਾਣੀ ਪੜ੍ਹਦਿਆਂ ਵੀ ਇਹ ਤੇ ਉਡਾਰੀਆਂ ਲਾ ਜਾਂਦਾ, ਕਿਤੇ ਦੀ ਕਿਤੇ ਲੰਘ ਜਾਂਦਾ ਹੈ। ਮਨ ਕਰਕੇ ਵੀ ਗੁਰੂ ਦੇ ਨਹੀਂ ਹੋਏ। ਤਨ ਕਰਕੇ ਜਿਨ੍ਹਾਂ ਨੇ ਅੰਮ੍ਰਿਤ ਛਕ ਲਿਆ, ਇਹ ਨਾ ਸਮਝ ਲੈਣਾ ਵੀ ਉਹ ਗੁਰੂ ਦੇ ਹੋ ਗਏ ਨੇ। ਅੱਖਾਂ 'ਤੇ ਮਾੜਾ ਵੇਖ ਰਹੀਆਂ ਨੇ, ਰਸਨਾ 'ਤੇ ਮਾੜਾ ਬੋਲ ਰਹੀ ਹੈ, ਕੰਨ 'ਤੇ ਮਾੜਾ ਸੁਣ ਰਹੇ ਨੇ, ਅਜੇ ਮੁਕੰਮਲ ਨਹੀਂ ਹੋਇਆ ਪੂਰਾ। ਇਹ ਤਾਂ ਅੱਗੇ ਸ਼ੁਰੂਆਤ ਹੈ ਵੀ ਤੂੰ ਚੱਲ ਅੰਮ੍ਰਿਤ ਛਕ ਲਿਆ, ਕੇਸ ਰੱਖ ਲਏ ਨੇ। ਜਿਸ ਦਿਨ ਤੇਰੀਆਂ ਅੱਖਾਂ ਵੀ ਸਾਰੇ ਪਾਸੇ ਗੁਰੂ ਨੂੰ ਵੇਖਣ ਲੱਗ ਜਾਣਗੀਆਂ, ਕੰਨ ਗੁਰੂ ਨੂੰ ਸੁਣਨ ਲੱਗ ਜਾਣਗੇ, ਫਿਰ ਗੱਲ ਬਣੇਗੀ। ਇਸੇ ਤਰ੍ਹਾਂ ਸਾਡਾ ਧਨ ਜਿਹੜਾ ਅਸੀਂ ਕਮਾਈ ਕਰਦੇ ਹਾਂ ਮਾਇਆ, ਇਹਨੂੰ ਵੀ ਆਪਾਂ ਗੁਰੂ ਨੂੰ ਸਮਰਪਿਤ ਕਰ ਦੇਣਾ ਹੈ, ਭਾਵ ਗੁਰੂ ਦੀ ਮੱਤ ਨਾਲ ਵਰਤਣਾ ਹੈ। ਜੇ ਗੁਰੂ ਦੀ ਮੱਤ ਨਾਲ ਵਰਤਾਂਗੇ, ਤੁਹਾਡੇ ਘਰ ਕੋਈ ਰਿਸ਼ਤੇਦਾਰ ਆ ਗਿਆ, ਤੁਸੀਂ ਸ਼ਰਾਬ ਦੀ ਬੋਤਲ ਨਹੀਂ ਲਿਆਓਗੇ, ਉਹਦੇ ਸਾਹਮਣੇ ਮੁਰਗਾ ਨਹੀਂ ਵੱਢ ਕੇ ਰੱਖੋਗੇ ਇਸ ਪੈਸੇ ਨਾਲ, ਕਿਉਂਕਿ ਇਹ ਪੈਸਾ ਗੁਰੂ ਦਾ ਹੈ। ਇਹਨੂੰ ਮਾੜੇ ਪਾਸੇ ਨਹੀਂ ਲਾਓਗੇ, ਕਿਉਂਕਿ ਪੈਸਾ ਕਿਹਦਾ ਜਿਹੜਾ ਇਹ ਗੁਰੂ ਦਾ। ਇਹਨੂੰ ਚੰਗੇ ਕੰਮ ਵਿੱਚ ਖਰਚਣਾ ਹੈ, ਚੰਗੇ ਕੰਮ ਵਿੱਚ ਆਪਣੇ ਪਰਿਵਾਰ ਨੂੰ ਪਾਲਣਾ ਹੈ, ਗੁਰੂ ਦਾ ਸਮਝ ਕੇ ਵਰਤਣਾ ਹੈ ਧਨ। ਪਰ ਜੇ ਤੂੰ ਆਪਣੇ ਧਨ ਨਾਲ ਮਾੜੇ ਕਰਮ ਕਰ ਰਿਹਾ ਹੈ, ਆਪਾਂ ਵੇਖਦੇ ਹਾਂ ਵਿਆਹ ਸ਼ਾਦੀਆਂ ਦੇ ਵਿੱਚ ਇਹੀ ਧਨ ਆਪਾਂ ਰਾਗੀ ਸਿੰਘਾਂ ਨੂੰ 1100 ਭੇਟਾ ਦਿੰਦਿਆਂ ਵੀ ਚੁੱਭਦੀ ਹੈ। ਅਤੇ ਜਿਹੜਾ ਉਹ ਡੀਜਿਆਂ ਵਾਲੇ ਆਉਂਦੇ ਨੇ, ਉਹ 20-25 ਹਜ਼ਾਰ, ਕੋਈ ਲੱਖ, ਕੋਈ 2 ਲੱਖ। ਕੋਈ ਪਿੱਛੇ ਬੇਨਤੀ ਕੀਤੀ ਸੀ ਕੱਲ੍ਹ ਪਰਸੋਂ ਵੀ, ਇੱਕ ਕਲਾਕਾਰ 9 ਲੱਖ ਰੁਪਇਆ ਲੈ ਗਿਆ ਸੀ 3 ਘੰਟਿਆਂ ਦਾ। ਹੈ ਉਹ ਸਿੱਖਾਂ ਦਾ ਪ੍ਰੋਗਰਾਮ ਸੀ, ਇਹ ਵੀ ਯਾਦ ਰੱਖੋ ਜੇ, ਸ਼ਾਇਦ ਉਸ ਦਿਨ ਮੈਨੂੰ ਯਾਦ ਨਹੀਂ ਰਿਹਾ। ਸਰਦਾਰਾਂ ਦਾ ਪ੍ਰੋਗਰਾਮ, ਸਰਦਾਰ ਪਰਿਵਾਰ ਬਹੁਤ ਵੀ ਕਹਿਣ ਵਾਲੇ, ਗੁਰੂ ਨੂੰ ਮੰਨਣ ਵਾਲੇ। ਅਤੇ 9 ਲੱਖ ਕਿਹਨੂੰ ਦੇ ਰਹੇ ਨੇ? ਇੱਕ ਗਵਈਏ ਨੂੰ ਦੇ ਰਹੇ ਨੇ 3 ਘੰਟੇ ਦਾ, ਅਤੇ ਰਾਗੀਆਂ ਨੂੰ ਭੇਟਾ 1100 ਜਾਂ 2100 ਵੱਧ ਤੋਂ ਵੱਧ, ਹੋਰ ਕਿੰਨੀ ਕੁ ਹੈ। ਅਤੇ ਇੱਕ ਗਵਈਏ ਨੂੰ 3 ਘੰਟਿਆਂ ਦਾ 9 ਲੱਖ ਰੁਪਈਆ, ਅਤੇ ਧਨ ਗੁਰੂ ਦਾ ਨਹੀਂ ਸਮਝ ਕੇ ਵਰਤਿਆ। ਫਿਰ ਕਿਵੇਂ ਗੁਰੂ ਦੇ ਹੋ ਗਏ? ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਭਾਈ, ਬਸ ਇਹ ਹੁਕਮ ਮੰਨ ਲਈਏ। ਤੋ ਭਗਤ ਕਬੀਰ ਸਾਹਿਬ ਜੀ ਕਹਿੰਦੇ, ਸਾਚਾ ਨਹਾਵਣ ਗੁਰ ਕੀ ਸੇਵਾ। ਸੱਚਾ ਨਹਾਵਣ ਹੋ ਜਾਏਗਾ ਤੂੰ, ਅੰਦਰੋਂ ਨਿਰਮਲ ਹੋ ਜਾਏਗਾ। ਬਾਹਰੋਂ ਤਾਂ ਪਾਣੀ ਨੇ ਸਰੀਰ ਨੂੰ ਸਾਫ਼ ਕਰਨਾ, ਅੰਦਰੋਂ ਪਾਵਨ ਹੋ ਜਾਵੇਗਾ। ਇਹ ਸੱਚਾ ਨਹਾਵਣ ਹੈ। ਬਸ ਇਹ ਇਸ਼ਨਾਨ ਕਰ ਲਵੇ ਕੋਈ, ਉਹ ਮੁਕਤ ਹੋ ਜਾਵੇਗਾ। ਰਹਾਉ ਜਲ ਕਹਿ ਮੱਜੜ ਜੇਗਤ ਹੋਵੇ, ਨਿਤ ਨਿਤ ਮੇਂਢ ਨਹਾਵੈ। ਪਾਣੀ ਵਿੱਚ ਇਸ਼ਨਾਨ ਕਰਨ ਨਾਲ ਜੇ ਮੁਕਤੀ ਹੁੰਦੀ ਤਾਂ ਡੱਡੂ ਸਾਰੇ, ਮੱਛੀਆਂ ਸਾਰੀਆਂ ਮੁਕਤ ਹੋ ਜਾਂਦੀਆਂ। ਉਹ ਤਾਂ ਰਹਿੰਦੇ ਉਸ ਜਲ ਦੇ ਵਿੱਚ ਨੇ। ਜੈਸੇ ਮੇਂਢਕ ਤੈਸੇ ਹੋਏ ਨਰ ਫਿਰ ਜੋਨੀ ਆਵੇ। ਉਹ ਬੰਦਾ ਜਿਹੜਾ ਕਰਮ ਕਾਂਡੀ ਇਸ਼ਨਾਨ ਕਰਦਾ, ਪਰ ਗੁਰੂ ਦੇ ਹੁਕਮ ਨੂੰ ਸਮਝਿਆ ਨਹੀਂ, ਮੰਨਿਆ ਨਹੀਂ, ਉਹ ਜਿੰਨੇ ਮਰਜ਼ੀ ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰੇ, ਉਹਦੀ ਹਾਲਤ ਡੱਡੂ ਵਾਲੀ ਰਹਿਣੀ ਹੈ। ਭਾਵ ਡੱਡੂ ਜੇ ਮੁਕਤ ਨਹੀਂ ਹੋਇਆ ਅਤੇ ਉਹ ਵੀ ਜਾ ਕੇ ਮੁਕਤ ਨਹੀਂ ਹੋਵੇਗਾ। ਭਾਵੇਂ ਹੇਮਕੁੰਟ ਸਾਹਿਬ ਚਲਾ ਜਾਵੇ ਅਤੇ ਭਾਵੇਂ ਅੰਮ੍ਰਿਤਸਰ ਚਲਾ ਜਾਵੇ, ਬਹੁਤ ਵੱਡਾ ਮਹਾਤਮ ਹੈ ਉੱਥੇ ਜਾਣ ਦਾ। ਪਰ ਜੇ ਗੁਰੂ ਦੇ ਹੁਕਮ ਨੂੰ ਮੰਨ ਕੇ ਚੱਲਾਂਗੇ,
बहुत वड्डा महात्म है इत्थे गुरु ग्रंथ साहिब की ताबिया विच बैठण दा, हजूरी विच तुसीं बैठे हो सारे, पर तां जे आपां गुरु दा हुक्म मनण लग जावांगे, इहनूं सीधा समझ लईए बहुत वड्डा महात्म है स्कूल विच बच्चे दे जाके बैठण दा, पर तां जेकर बच्चा उत्थे एक भी अखर सीखण लग जावे रोज़, फिर तो कोई अफसर बन जाएगा। पर रोज़ गया स्कूल भी अखर एक भी नहीं सीखिया, कोई महात्म नहीं मिलिया उन्होंने। तो भगत कबीर साहब जी फरमान कर रहे हैं, मनो कठोर मरै बनारस नरक न बांचिया जाई, मन दा कठोर बंदा भावें बनारस वर्गी पवित्र धरती ते जाके, ये तां ना पिया एक दो नदियां सी उन्हां दे विचाल ये शहर वसिया, तां करके वाराणसी वो नदियां दे नाम ने, उत्थों ये बनारस बनिया। वैसे उसका नाम पहला बनारसी है। तो ऐसा पवित्र स्थान, उत्थे जाके भी कोई शरीर त्यागे मन का कठोर बंदा मुक्त नहीं होवेगा, नरकां तो बच नहीं सकेगा। हर का संत मरै हड़ंबे ता सगली थैण तराई, हड़ंबे की धरती कलरी धरती है, उत्थे कोई नहीं रहिंदा। पर भगत कबीर साहब कहते कोई उस धरती ते जाके रब दा प्यारा प्राण त्याग देवे, वो होरां दा भी भला कर दिंदा। भगत कबीर साहब ने मगहर की धरती ते जाके शरीर त्यागया सी, ते कर्मकांडी लोगों ने आख्या सी वेखो इनू की हो गया, तो पागल हो गया। भगत कबीर साहब कहते सगल जन्म शिवपुरी गवाया, मरती वार मगर उठ आया। भी सारा जन्म तो शिव की पुरी बनारस शहर शिव जी भोले का वसाया होया, ये भी ये नाल है कि इस शहर में वसाण वाले शिव जी भोले हैं। पर इन्नी पवित्र धरती कहते वेखो इत्थे भगत कबीर साहब सारा जन्म इत्थे रहे ने, मरण वाले उत्थे चले गए ने। उन्हां दा भाव ये सी भी ये मुक्त नहीं होणगे, क्योंकि कहते मगर की धरती नूं शराब सी जिहड़ा उत्थे मरेगा गधे की जून परेगा। पर भगत कबीर कहते रब दा संत वो ऐसी अपवित्र धरती ते भी जाके मरे तो होलां नूं भला कर दिंदा है। दिन सनारायण वेदनी शास्त्र तां वसै निरंकारा, परमात्मा वाहिगुरु ना दिन ना रात की बंदिश विच है, ना वो वेदां शास्त्रां की मर्यादा विच बझा होया है, वो सारियां गल्लां तो निर्लेप है। भाव इहदे विच सारा संसार की बंदिश संसारिक मर्यादा विच है, परमात्मा संसार की क्रिया तो बाहर है। इस करके भगत कबीर साहब कहते कह कबीर नर तिसै ध्यावो बावरिया संसारा, ऐ झल्ले संसार उस वाहिगुरू परमात्मा के नाम नूं जपना कर, सिमरना कर, उहदा नाम जप के ही भला होवेगा। सतगुरु की अगाध बोध बाणी दीआं विचारां करदिआं होईआं भुल्लां दी खिमा साध संगत इस गल की भी खिमा कि शब्द लमेरा होने करके 5-7 समा मिनट उपर लग गए ने, इस गल की भी दास खिमा मंगदा है। वाहिगुरू जी का खालसा वाहिगुरू जी की फतेह।